Audio Jungle. ਤੇ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਇਹ ਜਿਹੜਾ ਸੰਘਰਸ਼ ਹੈ ਜਿਹੜਾ ਤੁਹਾਡਾ ਹੁਣ ਕਿਸ ਪੜਾਅ ਵੱਲ ਵਧ ਰਿਹਾ? ਔਰੰਗਜ਼ੇਬ ਤੋਂ ਵੀ ਵੱਧ ਬੇਰਹਿਮ ਹਕੂਮਤ ਹੈ ਇਸ ਟਾਈਮ, ਜਿਹੜੀ ਉਹ ਦਿੱਲੀ ਦੀ ਸੱਤਾ ਤੇ ਕਾਬਜ਼ ਹੈ। ਤੋਮਰ ਉਹਨਾਂ ਨੇ ਗੱਲ ਸਾਫ਼ ਤੌਰ ਤੇ ਤੁਹਾਨੂੰ ਸਪਸ਼ਟ ਕਹਿ ਦਿੱਤੀ ਹੈ ਕਿ ਤਜਵੀਜ਼ ਕਰਾਉਣੀਆਂ ਤੇ ਚਰਚਾ ਕਰਨ ਲਈ ਆ ਜਾਓ, ਨਹੀਂ ਤਾਂ ਖੇਤੀ ਕਾਨੂੰਨ ਰੱਦ ਨਹੀਂ ਹੋਣ ਵਾਲੇ। ਤੋਮਰ ਸਾਹਿਬ ਜਿੰਨਾ ਡਿਨਾਈ ਕਰਨਗੇ ਜਾਂ ਮੋਦੀ ਸਾਹਿਬ ਜਿੰਨੀਆਂ ਅੱਖਾਂ ਮੀਚਣਗੇ, ਇਹ ਭਾਜਪਾ ਲਈ ਇੱਕ ਕਿਸਮ ਨਾਲ ਖਬਰਦਾਰ ਸਾਬਿਤ ਹੈ। ਜਿਵੇਂ ਰਾਜੇਵਾਲ ਸੀ, ਦਰਸ਼ਨ ਸਿੰਘ ਸੀ ਜਾਂ ਹੋਰ ਤੁਹਾਡੇ ਕਿਸਾਨ ਆਗੂ ਸੀ, ਫਰੰਟ ਫੁੱਟ ਦੇ ਅੱਗੇ ਜਿਵੇਂ ਫਾਈਟ ਕਰ ਰਹੇ ਸੀ ਸਰਕਾਰ ਨਾਲ, ਉਸ ਤਰ੍ਹਾਂ ਦੀ ਫਾਈਟ ਜਿਹੜੀ ਹੈ ਉਹ ਹੁਣ 2-4 ਮਹੀਨਿਆਂ ਤੋਂ ਲਗਾਤਾਰ ਦਿਖ ਨਹੀਂ ਰਹੀ। ਮਨ ਬਣਾ ਲਿਆ ਕਿ ਲੜਾਈ ਲੰਮੀ ਹੈ, ਇਹ ਲੰਮੀ ਚੱਲੂਗੀ ਔਰ ਅੱਜ ਉੱਥੇ ਹਰ ਇੱਕ ਮੋਰਚੇ ਤੇ ਬਣੀਆਂ ਹੋਈਆਂ ਛੰਨਾਂ ਇਸ ਗੱਲ ਦੀਆਂ ਗਵਾਹ ਨੇ। ਪਿੱਛੇ ਮੁੜਨ ਨੂੰ ਤਿਆਰ ਨਹੀਂ, ਦਰਿਆ ਦਾ ਕੰਮ ਅੱਗੇ ਜਾਣਾ ਹੀ ਹੁੰਦਾ ਹੈ। ਜਾਂ ਤਾਂ ਮੋਦੀ ਸਰਕਾਰ ਇਹਨਾਂ ਨੂੰ ਕਾਨੂੰਨਾਂ ਨੂੰ ਵਾਪਸ ਲੈ ਲੇ, ਨਹੀਂ ਤਾਂ ਮੈਂ ਪਹਿਲਾਂ ਹੀ ਕਿਹਾ ਕਿ ਇਹ ਮੋਦੀ ਤੇ ਭਾਜਪਾ ਦੀ ਕਬਰਗਾਹ ਬਣੂਗਾ। ਇਹ ਮੌਸਾ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਕਵਰ ਸਿੰਘ ਬੇਦੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿਸਾਨ ਸੰਘਰਸ਼ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਹੜਾ ਕਿਸਾਨ ਸੰਘਰਸ਼ ਹੈ ਲੰਬੇ ਦੌਰ ਦੇ ਵਿੱਚ ਗੁਜ਼ਰ ਰਿਹਾ ਹੈ ਤੇ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦੀਆਂ ਵਿਉਂਤਬੰਦੀਆਂ ਲਗਾਤਾਰ ਕੀਤੀਆਂ ਜਾ ਰਹੀਆਂ। ਸੰਸਦ ਨੂੰ ਘੇਰਨ ਲਈ ਵਿਉਂਤਬੰਦੀ ਕੀਤੀ ਗਈ ਹੈ। ਸਾਡੇ ਨਾਲ ਕਿਸਾਨ ਮੋਰਚੇ ਦੇ ਲੀਗਲ ਸੈੱਲ ਦੇ ਮੈਂਬਰ ਰਮਿੰਦਰ ਸਿੰਘ ਪਟਿਆਲਾ ਸਾਡੇ ਨਾਲ ਨੇ। ਗੱਲਬਾਤ ਕਰਕੇ ਜਾਣਾਂਗੇ ਕਿ ਕਿਸ ਤਰ੍ਹਾਂ ਕਿਸਾਨ ਸੰਘਰਸ਼ ਜਿਹੜਾ ਹੈ ਨਵੇਂ ਮੋੜ ਵੱਲ ਵਧ ਰਿਹਾ ਤੇ ਕਿਸ ਤਰ੍ਹਾਂ ਦੀ ਜਿਹੜੀ ਵਿਉਂਤਬੰਦੀ ਹੈ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਹੈ। ਰਮਿੰਦਰ ਸਿੰਘ ਜੀ, ਮੌਸਾ ਟੀਵੀ ਤੇ ਤੁਹਾਡਾ ਸਵਾਗਤ ਹੈ। ਧੰਨਵਾਦ ਜੀ, ਬਹੁਤ ਬਹੁਤ ਜੀ ਆਇਆਂ। ਰਮਿੰਦਰ ਸਿੰਘ ਜੀ, ਕਿਸ ਤਰ੍ਹਾਂ ਦੀ ਵਿਉਂਤਬੰਦੀ ਜਿਹੜੀ ਹੈ ਹੁਣ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ? ਕਿਸਾਨ ਵੱਲੋਂ ਜਿਹੜਾ ਨਵੀਂ ਵਿਉਂਤਬੰਦੀ ਨਾਲ ਸੰਸਦ ਦਾ ਘਿਰਾਓ ਕਰਨ ਜਾ ਰਹੇ ਆ 22 ਜੁਲਾਈ ਨੂੰ, ਕਿੱਦਾਂ ਦਾ ਪ੍ਰੋਗਰਾਮ ਲਿਖਿਆ ਤੇ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਇਹ ਜਿਹੜਾ ਸੰਘਰਸ਼ ਹੈ ਜਿਹੜਾ ਤੁਹਾਡਾ ਹੁਣ ਕਿਸ ਪੜਾਅ ਵੱਲ ਵਧ ਰਿਹਾ? ਦੇਖੋ, ਸੰਘਰਸ਼ ਨੂੰ ਅੱਗੇ ਵਧਾਉਣ ਤੋਂ ਇਲਾਵਾ ਸਾਡੇ ਕੋਲੇ ਕੋਈ ਚਾਰਾ ਨਹੀਂ ਹੈ। ਇੱਕ ਬੜੀ ਔਰੰਗਜ਼ੇਬ ਤੋਂ ਵੀ ਵੱਧ ਬੇਰਹਿਮ ਹਕੂਮਤ ਹੈ ਇਸ ਟਾਈਮ, ਜਿਹੜੀ ਉਹ ਦਿੱਲੀ ਦੀ ਸੱਤਾ ਤੇ ਕਾਬਜ਼ ਹੈ। ਸਵਾਲ ਸੀਗਾ ਕਿ ਸ਼ਰਤਾਂ ਨਾਲ ਕੋਈ ਗੱਲਬਾਤ ਨਹੀਂ ਹੁੰਦੀ। ਤੋਮਰ ਸਾਹਿਬ ਕਹਿੰਦੇ ਨੇ ਵੀ ਤੁਸੀਂ ਆਹ ਛੱਡ ਕੇ ਰਿਪੀਲ ਵਾਲੀ ਗੱਲ ਛੱਡ ਕੇ ਆ ਕੇ ਗੱਲ ਕਰ ਲਓ, ਤਾਂ ਇਹ ਜਥੇਬੰਦੀਆਂ ਨੂੰ ਮਨਜ਼ੂਰ ਨਹੀਂ ਹੈ। ਉਹ ਗੱਲਬਾਤ ਕਰਨੀ ਚਾਹੁੰਦੇ ਨੇ, ਅਸੀਂ ਆਲਵੇਜ਼ ਵੈਲਕਮ ਕਰਦੇ ਹਾਂ ਉਸ ਗੱਲ ਦਾ, ਕਰਾਂਗੇ ਗੱਲਬਾਤ। ਇਸ ਕਰਕੇ ਇੱਕ ਪੂਰਾ ਫੁੱਲ ਫਲੈਜ ਪ੍ਰੋਗਰਾਮ ਹੈ ਜਿਹੜਾ ਬਣਾਇਆ। 17 ਤਰੀਕ ਨੂੰ ਦੇਸ਼ ਭਰ ਦੇ ਵਿੱਚ ਭਾਜਪਾ ਅਤੇ ਉਹਦੇ ਅਲਾਈਜ਼ ਪਾਰਟੀਆਂ ਦੇ MPs ਦੇ ਘਰਾਂ ਮੂਹਰੇ ਵੀ ਪ੍ਰਦਰਸ਼ਨ ਹੋਣਗੇ ਔਰ ਵਿਰੋਧੀ ਪਾਰਟੀਆਂ ਨੂੰ ਜਿਹੜੇ MP ਨੇ ਉਹਨਾਂ ਨੂੰ ਵੀ ਚੁੱਪੀ ਤੋੜੋ ਅਤੇ ਜਾਂ ਗੱਦੀ ਛੱਡੋ, ਇਸ ਨਾਅਰੇ ਹੇਠ ਉਹਨਾਂ ਨੂੰ ਵੀ ਚੇਤਾਵਨੀ ਪੱਤਰ ਹੈ ਜਿਹੜੇ ਦਿੱਤੇ ਜਾਣਗੇ। 22 ਤਰੀਕ ਨੂੰ ਸੰਸਦ ਦੇ ਮੂਹਰੇ ਸੀਮਤ ਗਿਣਤੀ ਦਾ ਧਰਨਾ ਹੋਣਾ। 40 ਜਥੇਬੰਦੀਆਂ, 45 ਜਾਂ ਜਿੰਨੀਆਂ ਸਰਕਾਰ ਨਾਲ ਗੱਲਬਾਤ 'ਚ ਜਾਂਦੀਆਂ ਨੇ, ਉਹਨਾਂ ਦੇ ਇੱਕ ਖਾਸ ਰਿਪਰੈਜ਼ੈਂਟੇਸ਼ਨ ਅਸੀਂ ਲਾਈ ਹੈ। ਕੋਈ 5-5, 10-10 ਬੰਦੇ ਉਹ ਹਰ ਰੋਜ਼ ਜਾਇਆ ਕਰਨਗੇ ਅਤੇ ਧਰਨਾ ਦੇਣਗੇ। ਲਗਭਗ 200-300 ਬੰਦੇ ਦਾ ਬਾਹਰ ਵੀ ਧਰਨਾ ਹੋਇਆ ਕਰੂ। ਤਾਂ ਸਾਡਾ ਮੇਨ ਮਕਸਦ ਸੰਸਦ ਦੇ ਅੰਦਰ ਵੀ ਸਰਕਾਰ 'ਤੇ ਪ੍ਰੈਸ਼ਰ ਬਣਾਉਣ ਲਈ ਵਿਰੋਧੀ ਪਾਰਟੀਆਂ ਨੂੰ ਇਸ ਪਾਸੇ ਝੁਕਣਾ ਜਾਂ ਉਹਨਾਂ ਨੂੰ ਪ੍ਰੇਰਿਤ ਕਰਨਾ ਹੋਊਗਾ ਵੀ ਉਹ ਇਸ ਲਈ ਆਵਾਜ਼ ਉਠਾਉਣ, ਔਰ ਬਾਹਰ ਸੰਸਦ ਦੇ ਬਾਹਰ ਸੜਕ 'ਤੇ ਅਸੀਂ ਆਵਾਜ਼ ਉਠਾਵਾਂਗੇ। ਮੋਰਚੇ ਤਾਂ ਦਿੱਲੀ ਦੇ ਆਲੇ ਦੁਆਲੇ ਜਾਰੀ ਰਹਿਣਗੇ ਹੀ ਰਹਿਣਗੇ। ਖੇਤੀ ਮੰਤਰੀ ਨੇ ਨਰਿੰਦਰ ਤੋਮਰ, ਉਹਨਾਂ ਨੇ ਗੱਲ ਸਾਫ਼ ਤੌਰ ਤੇ ਤੁਹਾਨੂੰ ਸਪਸ਼ਟ ਕਹਿ ਦਿੱਤੀ ਹੈ ਕਿ ਤਜਵੀਜ਼ ਕਰਾਉਣੀਆਂ ਤੇ ਚਰਚਾ ਕਰਨ ਲਈ ਆ ਜਾਓ, ਨਹੀਂ ਤਾਂ ਖੇਤੀ ਕਾਨੂੰਨ ਰੱਦ ਨਹੀਂ ਹੋਣ ਵਾਲੇ। ਦੇਖੋ, ਮੈਂ ਪਹਿਲੀ ਗੱਲ ਤਾਂ ਇਹ ਤੁਹਾਨੂੰ ਦੱਸਦਾ ਕਿ ਬੜੀ ਅਨਈਵਨ, ਜੇ ਦੇਸ਼ ਦੀ ਖੇਤੀ ਬੜੀ ਅਨਈਵਨ ਹੈ ਤਾਂ ਮੂਵਮੈਂਟ ਵੀ ਬੜੀ ਅਨਈਵਨ ਹੈਗੀ ਹੈ। ਜਦੋਂ ਪੰਜਾਬ ਦੇ ਵਿੱਚ ਹੀ ਸੀ ਅਸੀਂ, ਤਾਂ ਉਦੋਂ ਇਹ ਦਿਮਾਗ ਸੀਗਾ ਵੀ ਜੇ ਪੰਜਾਬ ਤੋਂ ਬਾਹਰ ਨਾ ਨਿਕਲੇ ਤਾਂ ਕਸ਼ਮੀਰ ਵਾਲੀ ਹਾਲਤ ਪੰਜਾਬ ਦੀ ਕਰਨਗੇ। ਪਰ ਅੱਜ ਇਹ ਅੰਦੋਲਨ ਪੰਜਾਬ ਤੋਂ ਬਾਹਰ ਦੇਸ਼ ਕੀ ਅੰਤਰਰਾਸ਼ਟਰੀ ਹੱਦਾਂ ਟੱਪ ਕੇ ਵੀ ਕਿਸਮ ਨਾਲ ਅੰਤਰਰਾਸ਼ਟਰੀ ਸਰੂਪ ਦਾ ਆਇਆ। ਜਿੱਥੇ ਜਿੱਥੇ ਵੀ ਦੁਨੀਆ ਭਰ 'ਚ ਹਿੰਦੁਸਤਾਨੀ ਡਾਇਸਪੋਰਾ ਬੈਠਾ, ਉਸਨੇ ਇਸ ਅੰਦੋਲਨ ਦੇ ਹੱਕ 'ਚ ਆਵਾਜ਼ ਉਠਾਈ ਹੈਗੀ ਆ ਔਰ ਇਸ ਦੇ ਵਿੱਚ ਪੰਜਾਬੀ ਡਾਇਸਪੋਰੇ ਦੀ ਇੱਕ ਵੱਡੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸਨੇ ਇਸ ਅੰਦੋਲਨ ਨੂੰ ਇੱਥੋਂ ਤੱਕ ਪਹੁੰਚਾਉਣ 'ਚ ਇੱਕ ਵੱਡਾ ਰੋਲ ਅਦਾ ਕੀਤਾ। ਤੋਮਰ ਸਾਹਿਬ ਜੋ ਮਰਜ਼ੀ ਕਹਿਣ, ਇਸ ਦੇਸ਼ ਦੇ ਜਿੰਨੇ ਸਰਪਲਸ ਪ੍ਰੋਡਿਊਸ ਕਰਨ ਵਾਲੇ ਜਿਹੜੇ ਖੇਤਰ ਨੇ ਉਹ ਟਾਰਗੇਟ ਜ਼ੋਨ 'ਚ ਨੇ ਇਹਨਾਂ ਕਾਨੂੰਨਾਂ ਦੀ, ਔਰ ਉੱਥੇ ਅੰਦੋਲਨ ਹੈਗਾ ਆ। ਔਰ ਇਸ ਅੰਦੋਲਨ 'ਚ ਜਿਹੜਾ ਲਾਸਟ 26 ਤਰੀਕ ਨੂੰ 7ਵੇਂ ਮਹੀਨੇ ਦੇ ਦੌਰਾਨ ਜਦੋਂ ਸਾਰੇ ਸੂਬਿਆਂ 'ਚ ਗਵਰਨਰ ਹਾਊਸਾਂ 'ਤੇ ਰੋਸ ਪੱਤਰ ਦੇਣ ਦਾ ਫੈਸਲਾ ਸੀ,
ਉਹ ਬਹੁਤ ਸਾਰੀਆਂ ਥਾਵਾਂ ਤੇ ਲਾਗੂ ਹੋਇਆ। ਚੇਨਈ 'ਚ ਲਾਗੂ ਹੋਇਆ, ਕਰਨਾਟਕਾ 'ਚ ਗ੍ਰਿਫਤਾਰੀਆਂ ਹੋਈਆਂ, ਹੈਦਰਾਬਾਦ 'ਚ ਗ੍ਰਿਫਤਾਰੀਆਂ ਹੋਈਆਂ ਨੇ, ਉੜੀਸਾ 'ਚ ਹੋਇਆ, ਬੰਗਾਲ 'ਚ ਹੋਇਆ, ਲਖਨਊ 'ਚ ਹੋਇਆ, ਬਿਹਾਰ 'ਚ ਹੋਇਆ, ਮਹਾਰਾਸ਼ਟਰ 'ਚ ਹੋਇਆ, ਦੇਸ਼ ਦਾ ਰਾਜਸਥਾਨ ਜੈਪੁਰ 'ਚ ਹੋਇਆ। ਦੇਸ਼ ਦਾ ਕੋਈ ਸੂਬਾ ਬਚਿਆ ਹੀ ਨਹੀਂ ਜਿੱਥੇ ਇਹ ਅੰਦੋਲਨ 'ਚ ਲੋਕਾਂ ਨੇ ਪਾਰਟਿਸਪੇਟ ਨਾ ਕੀਤਾ ਹੋਵੇ। ਇਸ ਕਰਕੇ ਇਹ ਕਹਿਣਾ ਵੀ ਨਹੀਂ, ਹਾਂ ਇਹਦੀ ਇੰਟੈਂਸਿਟੀ ਹੈ ਜਿਹੜੀ ਵੇਗ ਆ ਉਹ ਹਾਲੇ ਵੀ ਮੈਂ ਸਮਝਦਾ ਕਿ ਵੀ ਪੰਜਾਬ ਹਰਿਆਣਾ 'ਚ ਕਾਫੀ ਤੇਜ਼ ਹੈ ਔਰ ਯੂਪੀ 'ਚ ਅਸੀਂ ਤੇਜ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ। ਪਰ ਇਹ ਅੰਦੋਲਨ ਦੇਸ਼ ਵਿਆਪੀ ਅੰਦੋਲਨ ਹੈ ਔਰ ਇਸ ਨੂੰ ਤੋਮਰ ਸਾਹਿਬ ਜਿੰਨਾ ਡਿਨਾਈ ਕਰਨਗੇ ਜਾਂ ਮੋਦੀ ਸਾਹਿਬ ਜਿੰਨੀਆਂ ਅੱਖਾਂ ਮੀਚਣਗੇ, ਇਹ ਭਾਜਪਾ ਲਈ ਇੱਕ ਕਿਸਮ ਨਾਲ ਕਬਰਗਾਹ ਸਾਬਤ ਹੋਊਗਾ। ਤੁਸੀਂ ਇਹ ਦੇਖਿਆ ਹੀ ਹੈ ਕਿ ਲਗਾਤਾਰ ਜਿਹੜਾ ਕਿਸਾਨ ਸੰਘਰਸ਼ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਘਿਰਾਓ ਕਰ ਲਓ, ਗੱਡੀਆਂ ਦੀ ਤੋੜ ਭੰਨ ਕਰ ਦਿਓ ਜਾਂ ਵੱਖ-ਵੱਖ ਥਾਂ 'ਤੇ ਸੰਘਰਸ਼ ਕਰ ਲਓ। ਸਭ ਤੋਂ ਵੱਡੀ ਗੱਲ ਇਹੀ ਆ ਜਾਂਦੀ ਹੈ ਕਿ 26 ਦੀ ਟਰੈਕਟਰ ਰੈਲੀ ਤੋਂ ਬਾਅਦ, ਪਰੇਡ ਤੋਂ ਬਾਅਦ, 26 ਦੀ ਜਿਹੜੀ ਟਰੈਕਟਰ ਪਰੇਡ ਤੋਂ ਬਾਅਦ ਜਿਹੜਾ ਕਿਸਾਨ ਸੰਘਰਸ਼ ਹੈ ਬੈਕਫੁੱਟ 'ਤੇ ਜਾ ਚੁੱਕਾ ਹੈ। ਟਕੈਤ ਦੇ ਆਲੇ ਦੁਆਲੇ ਜਿਹੜੀ ਹੈ ਪੂਰੀ ਜਿਹੜੀ ਰਾਜਨੀਤੀ ਜਾਂ ਸਿਆਸੀ ਸਰਗਰਮੀਆਂ ਨੇ ਉਹਨਾਂ ਦੇ ਆਲੇ ਦੁਆਲੇ ਜਿਹੜੀਆਂ ਘੁੰਮ ਕੇ ਰਹਿ ਚੁੱਕੀਆਂ ਨੇ। ਪਰ ਹੁਣ ਉਹ ਜਿਹੜੇ ਕਿਸਾਨ ਨੇਤਾ ਜਿਵੇਂ ਰਾਜੇਵਾਲ ਸੀ, ਦਰਸ਼ਨ ਸਿੰਘ ਸੀ ਜਾਂ ਹੋਰ ਤੁਹਾਡੇ ਕਿਸਾਨ ਆਗੂ ਸੀ, ਫਰੰਟ ਫੁੱਟ 'ਤੇ ਆ ਕੇ ਜਿਵੇਂ ਫਾਈਟ ਕਰ ਰਹੇ ਸੀ ਸਰਕਾਰ ਨਾਲ, ਉਸ ਤਰ੍ਹਾਂ ਦੀ ਫਾਈਟ ਜਿਹੜੀ ਹੈ ਉਹ ਹੁਣ 2-4 ਮਹੀਨਿਆਂ ਤੋਂ ਲਗਾਤਾਰ ਦਿਖ ਨਹੀਂ ਰਹੀ। ਦੇਖੋ, ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਨਹੀਂ ਹਾਂ। 26 ਤਰੀਕ ਨੂੰ ਜੋ ਪੰਜਾਬ ਦੇ ਵਿੱਚ ਗਵਰਨਰ ਹਾਊਸ ਵੇਲੇ ਚੰਡੀਗੜ੍ਹ ਸਾਹਮਣੇ ਆਇਆ, ਆਵਾਮ ਸਾਬਤ ਕਰਦਾ, ਆਵਾਮ ਜਿਸ ਪੱਧਰ 'ਤੇ ਖੁੱਲ੍ਹ ਕੇ ਸਾਹਮਣੇ ਆਇਆ, ਹੋਰ ਤੇ ਹੋਰ ਚੰਡੀਗੜ੍ਹ ਤੇ ਮੋਹਾਲੀ ਦਾ ਸ਼ਹਿਰੀ ਆਵਾਮ ਵੀ ਕਿਸਾਨਾਂ ਦੀ ਪਿੱਠ 'ਤੇ ਖੁੱਲ੍ਹ ਕੇ ਆਇਆ। ਇਸ ਕਰਕੇ ਵੀ ਇਹ ਅੰਦੋਲਨ 'ਚ ਵੀ ਕੋਈ ਬੈਕਫੁੱਟ 'ਤੇ ਚਲਾ ਗਿਆ ਹੋਵੇ, ਇਹ ਗੱਲ ਨਹੀਂ। ਬਾਕੀ ਟਕੈਤ ਸਾਹਿਬ ਨੇ ਖੁਦ ਹੀ ਕਹਿ ਦਿੱਤਾ ਹੈ ਕਿ ਮੰਚ ਵੀ ਵਹੀ ਪੰਚ ਵੀ ਵਹੀ, ਤੋ ਸਿੰਘੂ ਬਾਰਡਰ ਦੇ ਆਗੂ ਹਾਲੇ ਵੀ ਉਸੇ ਤਰ੍ਹਾਂ ਨੇ। ਇੱਕ ਗੱਲ ਮੈਂ ਤੁਹਾਨੂੰ ਬਹੁਤ ਸਪਸ਼ਟਤਾ ਨਾਲ ਕਹਿ ਦੇਣਾ ਚਾਹੁੰਦਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇਸ ਅੰਦੋਲਨ ਨੂੰ ਸਿੰਜਣ 'ਤੇ ਖੜ੍ਹਾ ਕਰਨ 'ਚ ਇੱਕ ਮਹੱਤਵਪੂਰਨ ਰੋਲ ਅਦਾ ਕੀਤਾ ਔਰ ਉਹ ਇਸ ਅੰਦੋਲਨ ਦੀ ਹਾਲੇ ਵੀ ਸਭ ਤੋਂ ਕੋਰ ਹਿੱਸਾ ਆ, ਸਭ ਤੋਂ ਵੈਲ ਆਰਗੇਨਾਈਜ਼ਡ ਹਿੱਸਾ ਆ। ਇਸ ਕਰਕੇ ਉਹਨਾਂ ਕੋਲੋਂ ਹਾਲੇ ਬਾਤ ਪਰੇ ਚਲੀ ਗਈ। ਹਾਲੇ ਵੀ ਪੰਜਾਬ ਦਾ ਜੋ ਪੰਜਾਬ ਤੈਅ ਕਰ ਲੈਂਦਾ ਉਸ ਨੂੰ ਲਗਭਗ ਸਾਰੇ ਮੰਨ ਲੈਂਦੇ ਨੇ। ਇਹ ਇਸ ਗੱਲ 'ਤੇ ਹੀ ਮੋਹਰ ਹੈ ਕਿ ਮੰਚ ਵੀ ਵਹੀ ਹੈ ਅਤੇ ਪੰਚ ਵੀ ਵਹੀ ਨੇ। ਰਹੀ ਗੱਲ ਤੁਹਾਡੀ ਇਹ ਕਿ ਅੰਦੋਲਨ ਕਦੀ ਵੀ ਇੱਕ ਲਾਈਨ 'ਚ ਨਹੀਂ ਚੱਲਦਾ ਹੁੰਦਾ, ਵੀ ਉੱਦਾਂ ਲਹਿਰਾਂ ਦੇ ਮੁਤਾਬਕ ਉਤਰਾਅ ਚੜਾਅ 'ਚੋਂ ਗੁਜ਼ਰਦਾ। ਇਹ ਅੰਦੋਲਨ ਵੀ ਦੁਨੀਆ ਦਾ ਇਤਿਹਾਸ 'ਚ ਹਰ ਇੱਕ ਅੰਦੋਲਨ ਨਾਲੇ ਵਾਪਰਿਆ, ਇਸ ਅੰਦੋਲਨ 'ਚ ਵੀ ਕੁਝ ਵੱਖਰਾ ਨਹੀਂ ਹੈ, ਉਤਰਾਅ ਚੜਾਅ 'ਚੋਂ ਗੁਜ਼ਰਿਆ। ਇਹਦੇ 'ਚ ਕਈ ਵਾਰੀ ਕੋਈ ਗੱਲ ਨੀਵੀਂ ਵੀ ਆਉਂਦੀ ਹੈ ਅਤੇ ਫਿਰ ਉੱਪਰ ਨੂੰ ਉੱਠਦਾ ਆ। ਪਰ ਇਹ ਅੰਦੋਲਨ ਗਹਿਰਾ ਕਿੰਨਾ ਆ। 26 ਜਨਵਰੀ ਦੀ ਘਟਨਾ ਤੋਂ ਬਾਅਦ ਲੋਕਾਂ ਨੇ ਕੀ ਸਬਕ ਲਿਆ, ਮੈਂ ਤੁਹਾਨੂੰ ਇੱਕੋ ਹੀ ਉਦਾਹਰਨ ਦੇ ਦਿੰਦਾ ਕਿ ਜਿੱਦਣ ਪਹਿਲੀ ਛੰਨ ਪਈ ਹੈ, ਉੱਥੇ ਝੌਂਪੜੀ ਪਈ ਹੈ, ਤਾਂ ਇਸ ਨੂੰ ਇੱਕ ਮੀਡੀਆ ਹਾਊਸ NDTV ਨੇ ਦਿਖਾਇਆ ਸੀ ਔਰ ਅਸੀਂ ਉਸ ਦਿਨ ਸਮਝ ਗਏ ਸੀ ਵੀ ਸਾਡੇ ਲੋਕਾਂ ਨੇ ਮਨ ਬਣਾ ਲਿਆ ਕਿ ਲੜਾਈ ਲੰਮੀ ਹੈ, ਇਹ ਲੰਮੀ ਚੱਲੂਗੀ। ਔਰ ਅੱਜ ਉੱਥੇ ਹਰ ਇੱਕ ਮੋਰਚੇ 'ਤੇ ਬਣੀਆਂ ਹੋਈਆਂ ਛੰਨਾਂ ਇਸ ਗੱਲ ਦੀਆਂ ਗਵਾਹ ਨੇ ਕਿ ਲੋਕਾਂ ਨੇ ਪੱਕੇ ਘਰ ਪਾ ਲਏ ਨੇ। ਉਹਨਾਂ ਨੂੰ ਪਤਾ ਕਿ ਲੜਾਈ ਲੰਮੀ ਹੈ, ਘਰ ਅਸੀਂ ਬਣਾ ਲਏ ਨੇ, ਜਾਂ ਮੋਦੀ ਰਹੂਗਾ ਅਤੇ ਜਾਂ ਇਹ ਕਾਨੂੰਨ ਰਹਿਣਗੇ। ਇਹ ਲੜਾਈ ਉਸ ਹਿਸਾਬ ਨਾਲ ਲੜ ਰਹੇ ਨੇ। ਰਮਿੰਦਰ ਸਿੰਘ ਜੀ, ਤੁਸੀਂ ਲੀਗਲ ਸੈੱਲ ਦੇ ਮੈਂਬਰ ਹੋ। 26 ਦੀ ਘਟਨਾ ਤੋਂ ਬਾਅਦ ਕਈ ਗ੍ਰਿਫਤਾਰੀਆਂ ਪੰਜਾਬ 'ਚ ਹੁੰਦੀਆਂ। ਦਿੱਲੀ ਦੇ ਆਲੇ ਦੁਆਲੇ ਜਿੱਥੇ ਇਹ ਘਟਨਾ ਵਾਪਰਦੀ ਆ ਉੱਥੇ ਜਿੰਨੇ ਵੀ ਲੋਕ ਖੜੇ ਹੁੰਦੇ ਆ ਉਹਨਾਂ ਦੇ ਪਰਚੇ ਪੈਂਦੇ ਆ। ਬਹੁਤ ਸਾਰੇ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ। ਲੀਗਲ ਸੈੱਲ ਦੀ ਇਸ ਦੇ ਉੱਤੇ ਕੀ ਭੂਮਿਕਾ ਰਹੀ ਆ? ਦੇਖੋ, ਲੀਗਲ ਸੈੱਲ ਨੇ ਇਸ ਸਾਰੇ 'ਚ ਬੇਲ ਦੇ ਪ੍ਰੋਸੈਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕੀਤਾ ਆ ਔਰ ਫੈਸਲਾਕੁਨ ਰੋਲ ਆ ਸਾਡਾ ਇਸ ਮਾਮਲੇ 'ਚ। ਔਰ ਜੇ ਕਹਿਣਾ ਹੋਵੇ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਪਲੱਸ ਹੋਰ ਬਹੁਤ ਸਾਰੀਆਂ ਸੰਸਥਾਵਾਂ, ਦਿੱਲੀ ਫॉर ਫਾਰਮਰਸ ਦੇ ਐਡਵੋਕੇਟ ਸੀਗੇ, ਯੂਨਾਈਟਿਡ ਸਿੱਖਸ ਦੇ ਐਡਵੋਕੇਟ ਸੀਗੇ ਔਰ ਇਸ ਤੋਂ ਇਲਾਵਾ ਰਜਿੰਦਰ ਸਿੰਘ ਚੀਮਾ ਜਿਹੜੇ ਸੀਨੀਅਰ ਐਡਵੋਕੇਟ ਨੇ, ਉਹਨਾਂ ਦੀ ਇੱਕ ਫੁੱਲ ਫਲੈਜ ਟੀਮ ਸੀਗੀ। ਇਹ ਸਾਰੇ ਲੋਕਾਂ ਨੇ ਰਲ ਕੇ ਇਸ 'ਚ ਹੇਠਾਂ ਲੋਅਰ ਕੋਰਟਸ ਦੇ ਵਿੱਚ, ਡਿਸਟ੍ਰਿਕਟ ਕੋਰਟਸ ਦੇ ਵਿੱਚ ਜ਼ਮਾਨਤਾਂ ਕਰਾਉਣ ਦੇ ਪ੍ਰੋਸੈਸ ਨੂੰ ਸਿਰੇ ਚਾੜ੍ਹਿਆ ਹੈਗਾ ਆ। ਔਰ ਹੁਣ ਵੀ ਟਰੈਕਟਰ ਟੂ ਟਵਿੱਟਰ 'ਤੇ ਅੱਜ ਤੱਕ ਨੇ ਡੈਫਾਮੇਸ਼ਨ ਦਾ ਕੇਸ ਪਾਇਆ ਤਾਂ ਕੋਲਿਨ ਗੋਂਜਾਲਵਸ ਜਿਹੜੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਨੇ, ਉਹ ਇਸ ਮਾਮਲੇ ਨੂੰ ਟੇਕਅਪ ਕਰ ਰਹੇ ਹੈਗੇ ਨੇ। ਆਉਣ ਵਾਲੇ ਸਮੇਂ 'ਚ ਰਿਪਲਾਈ ਦਾਖਲ ਹੋਣਾ ਹੈਗਾ ਆ ਔਰ ਅਸੀਂ ਆਪਣੇ ਸਪੋਰਟਰਸ ਦੇ ਨਾਲ ਖੜ੍ਹੇ ਹਾਂ। ਝੱਜਰ ਦੇ ਵਿੱਚ ਜਿਹੜਾ ਕਾਂਡ ਵਾਪਰਿਆ ਉਹਦੇ 'ਚ ਲੋਕਲ ਲੀਗਲ ਸੈੱਲ ਆ ਜਿਹੜਾ ਉੱਥੋਂ ਦੇ ਐਡਵੋਕੇਟ ਸੀਗੇ, ਉਹ ਮਦਦ 'ਤੇ ਨੇ। ਤੋ ਆਪਣੇ ਪੱਧਰ 'ਤੇ ਸਾਰਾ ਵਰਕ ਕੀਤਾ ਗਿਆ ਹੈਗਾ ਆ। ਲਗਭਗ 150 ਤੋਂ ਉੱਪਰ ਜ਼ਮਾਨਤਾਂ ਨੇ ਜਿਹੜੀਆਂ ਉਹ ਹੋਈਆਂ ਹੈਗੀਆਂ ਨੇ
ਉਹ ਪ੍ਰੋਸੈਸ ਕੰਪਲੀਟ ਹੋ ਚੁੱਕਾ ਆ। ਹੁਣ ਤਾਂ ਇੱਕਾ ਦੁੱਕਾ ਜਿਹੜੇ ਕੋਈ ਹੁਣ ਗ੍ਰਿਫਤਾਰੀਆਂ ਹੁੰਦੀਆਂ ਉਹਨਾਂ ਦਾ ਮਾਮਲਾ ਆ ਜਾਂ ਉਹ ਚੱਲਦਾ, ਬਾਕੀ ਪ੍ਰੋਸੈਸ ਤਾਂ ਲਗਭਗ ਕੰਪਲੀਟ ਹੋ ਚੁੱਕਾ ਆ। ਵਾਹਨ ਵੀ ਮਿਲ ਚੁੱਕੇ ਨੇ, ਨੋਟਸ ਆਉਂਦੇ ਸੀਗੇ, ਨੋਟਸ 'ਤੇ ਹੀ 24 ਫਰਵਰੀ ਨੂੰ ਹੀ ਆਲ ਇੰਡੀਆ ਪ੍ਰੋਟੈਸਟ ਕਾਲ ਦਿੱਤੀ ਸੀਗੀ, ਉਸ ਤੋਂ ਬਾਅਦ 'ਚੋਂ ਹਟ ਗਏ ਉਹ ਨੋਟਸ ਆਉਣੇ ਜਿਹੜੇ ਲੋਕਾਂ ਨੂੰ ਟੈਰਰਾਈਜ਼ ਕਰਨ ਲਈ ਕੀਤੇ ਜਾ ਰਹੇ ਸੀਗੇ। ਤੋ ਇਹ ਐਪੀਸੋਡ ਕਾਫੀ ਓਵਰ ਹੋ ਚੁੱਕਾ ਆ। 26 ਦੀਆਂ ਘਟਨਾਵਾਂ ਤੋਂ ਬਾਅਦ ਜੋ ਇੱਕ ਝਟਕਾ ਇੱਕ ਅੰਦੋਲਨ ਨੂੰ ਲੱਗਿਆ ਸੀ, ਅੰਦੋਲਨ ਉਸ ਤੋਂ ਬਹੁਤ ਅਗਾਂਹ ਆ ਚੁੱਕਾ ਆ। ਇੱਕ ਡੂੰਘਾ ਵਗ ਰਿਹਾ ਦਰਿਆ ਆ ਜਿਹੜਾ ਮਤਲਬ ਪਿੱਛੇ ਮੁੜਨ ਨੂੰ ਤਿਆਰ ਨਹੀਂ। ਦਰਿਆ ਦਾ ਕੰਮ ਅੱਗੇ ਜਾਣਾ ਹੀ ਹੁੰਦਾ ਆ। ਜਾਂ ਤਾਂ ਮੋਦੀ ਸਰਕਾਰ ਇਹਨਾਂ ਨੂੰ ਕਾਨੂੰਨਾਂ ਨੂੰ ਵਾਪਸ ਲੈ ਲੇ, ਨਹੀਂ ਤਾਂ ਮੈਂ ਪਹਿਲਾਂ ਹੀ ਕਿਹਾ ਕਿ ਇਹ ਮੋਦੀ ਤੇ ਭਾਜਪਾ ਦੀ ਕਬਰਗਾਹ ਬਣੂਗਾ ਇਹ ਅੰਦੋਲਨ ਜੇ ਉਸਨੇ ਵਾਪਸ ਨਾ ਲਿੱਤੇ। ਰਵਿੰਦਰ ਸਿੰਘ ਜੀ, ਮੇਰਾ ਆਖਰੀ ਸਵਾਲ ਹੈ, ਜਿਵੇਂ 26 ਦੀ ਘਟਨਾ ਨੂੰ ਲੈ ਕੇ ਇੱਕ ਪੁਲਿਸ ਨਾਲ ਸਟ੍ਰੈਟਜੀ ਬਣਾਈ ਗਈ ਸੀ, ਇੱਕ ਰੋਡ ਮੈਪ ਤਿਆਰ ਕੀਤਾ ਗਿਆ ਸੀ, ਉਸ ਤੋਂ ਬਾਅਦ ਜਿਵੇਂ ਹੁਣ ਤੁਸੀਂ 22 ਦਾ ਇੱਕ ਪ੍ਰੋਗਰਾਮ ਲਿਖਿਆ ਸੰਸਦ ਵੱਲ ਮਾਰਚ ਕਰਨਾ ਹੈ, ਉਹ ਕਿਸ ਤਰ੍ਹਾਂ ਦੀ ਸਟ੍ਰੈਟਜੀ ਜਿਹੜੀ ਹੈ ਹੁਣ ਕਿਸਾਨ ਤੈਅ ਕਰ ਰਿਹਾ ਕਿ 26 ਦੀ ਘਟਨਾ ਤੋਂ ਬਾਅਦ ਕੀ ਹੁਣ ਕਿਸਾਨਾਂ ਨੇ ਸਬਕ ਲਿਆ ਜਾਂ ਇੱਕ ਸਰਕਾਰ ਨਾਲ ਇਹ ਜਿਹੀ ਬਹਿ ਕੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਕਿ ਆਪਣੀ ਆਵਾਜ਼ ਵੀ ਪਹੁੰਚਾਈ ਜਾ ਸਕੇ, ਸਰਕਾਰ 'ਤੇ ਦਬਾਅ ਵੀ ਬਣਾਇਆ ਜਾ ਸਕੇ ਤੇ ਸਾਡਾ ਜਿਹੜਾ ਧਰਨਾ ਹੈ ਸੰਸਦ ਵੱਲ ਕੀਤਾ ਜਾ ਰਿਹਾ ਮਾਰਚ ਵੀ ਜਿਹੜਾ ਹੈ ਸਕਸੈਸ ਹੋ ਜੇ? ਦੇਖੋ 26 ਦੀਆਂ ਘਟਨਾਵਾਂ 'ਚ ਜਿਹੜਾ ਮਾਮਲਾ ਸੀਗਾ ਕਿ ਪੁਲਿਸ ਨਾਲ ਇੱਕ ਨੈਗੋਸ਼ੀਏਸ਼ਨ ਰਹੀ ਹੈ। ਪੁਲਿਸ ਜਿਹੜਾ ਰੂਟ ਦਿੰਦੀ ਸੀਗੀ ਉਹ ਨੈਗੋਸ਼ੀਏਸ਼ਨ ਦੌਰਾਨ ਉਸ ਤੋਂ ਕਿਤੇ ਵੱਡਾ ਅੱਗੇ ਰੂਟ ਹੈ ਜਿਹੜਾ ਉਹ ਹਾਸਲ ਕੀਤਾ ਗਿਆ ਸੀ। ਉਸ 'ਚ ਜੇ ਕੋਈ ਪੁਆਇੰਟਸ ਰਹੇ ਤਾਂ ਲਰਨਿੰਗ ਕਰਵ ਹੈ, ਲਰਨ ਕਰਦਾ ਬੰਦਾ। 26 ਤਰੀਕ ਨੂੰ ਜਿਹੜਾ ਚੰਡੀਗੜ੍ਹ ਪ੍ਰੋਟੈਸਟ ਹੋਇਆ ਉਸ 'ਚ ਜਿਸ ਹਿਸਾਬ ਨਾਲ, ਜਿਸ ਢੰਗ ਨਾਲ, ਜਿਸ ਡਿਸਪਲਿਨ ਨਾਲ ਸਾਰੇ ਨੂੰ ਆਰਗੇਨਾਈਜ਼ ਕੀਤਾ ਗਿਆ ਔਰ ਉਹ ਪੀਸਫੁਲ ਰਿਹਾ। ਹਾਲਾਂਕਿ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦਾ ਹੜ੍ਹ ਹੈ ਜਿਹੜਾ ਉਹ ਰੋਕ ਨਹੀਂ ਸਕੇ ਔਰ ਲੋਕਾਂ ਨੇ ਕਿਹਾ, ਪੰਜਾਬ ਦੇ ਲੋਕਾਂ ਨੇ ਵੀ ਸਾਨੂੰ ਸਾਡੀ ਰਾਜਧਾਨੀ 'ਚ ਕਿਉਂ ਨਹੀਂ ਵੜਨ ਦਿੰਦੇ ਤੁਸੀਂ। ਤੋ ਰਾਜਪਾਲ ਨੂੰ ਮੰਗ ਪੱਤਰ, ਰੋਸ ਪੱਤਰ ਲੈਣਾ ਪਿਆ ਹੈ ਉਸ ਸਾਰੇ ਮਾਮਲੇ 'ਚ। ਇਹ ਗੱਲਾਂ ਸਾਬਤ ਕਰਦੀਆਂ ਹੈਗੀਆਂ। ਇਸੇ ਹਿਸਾਬ ਨਾਲ ਅਸੀਂ ਜੋ 26 ਜੂਨ ਦਾ ਵੀ ਪ੍ਰੋਟੈਸਟ 'ਚ ਜੇ ਕੋਈ ਘਾਟਾਂ ਕਮਜ਼ੋਰੀਆਂ ਰਹੀਆਂ ਨੇ ਤਾਂ ਉਹਨਾਂ ਨੂੰ ਅਸੀਂ ਨੋਟ ਕੀਤਾ ਹੈਗਾ ਆ। ਤਾਂ ਉਹ ਜਿਹੜਾ ਸੰਸਦ ਦੇ ਸਾਹਮਣੇ ਜਿਹੜਾ ਧਰਨਾ ਹੋਣਾ ਆ, ਜਿਹੜਾ 22 ਤਰੀਕ ਤੋਂ ਸ਼ੁਰੂ ਹੋਣਾ, 17 ਤਰੀਕ ਨੂੰ ਐਮਪੀਆਂ ਨੂੰ ਚੇਤਾਵਨੀ ਪੱਤਰ ਜਾਂ ਭਾਜਪਾ ਦੇ ਬਾਹਰ ਮੂਹਰੇ ਤਾਂ ਪ੍ਰਦਰਸ਼ਨ ਹੀ ਹੋਣੇ ਨੇ, ਭਾਜਪਾ ਦੇ ਐਮਪੀਆਂ ਦੇ ਬਾਹਰ ਮੂਹਰੇ। ਤਾਂ ਜੋ ਇਹ ਕਰਕੇ ਜੋ 22 ਤੋਂ ਧਰਨਾ ਸ਼ੁਰੂ ਕਰਨਾ, ਤਾਂ ਉਸ 'ਚੋਂ ਸਾਰੇ ਪੁਰਾਣੇ ਲੈਸਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਰੂਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਔਰ ਉਹਨੂੰ ਵੈਲ ਆਰਗੇਨਾਈਜ਼ਡ ਰੂਪ 'ਚ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਸਨ ਰਮਿੰਦਰ ਸਿੰਘ ਜਿਨ੍ਹਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਕਿਸਾਨਾਂ ਦਾ ਇਹ ਜਿਹੜਾ ਧਰਨਾ ਹੈ ਇਹ ਵਗਦੇ ਦਰਿਆ ਵਰਗਾ ਹੈ, ਇਹ ਹੁਣ ਰੁਕੇਗਾ ਨਹੀਂ, ਇਹ ਇਸੇ ਤਰ੍ਹਾਂ ਹੀ ਵਗੇਗਾ ਤੇ ਮੋਦੀ ਸਰਕਾਰ ਦੇ ਕਫਨ ਵਿੱਚ ਕਿੱਲ ਸਾਬਤ ਹੋਵੇਗਾ। ਦੇਸ਼ ਦੇ ਸਮੁੱਚੇ ਮੈਂਬਰ ਪਾਰਲੀਮੈਂਟਾਂ ਦਾ ਜਿਹੜਾ ਘਰਾਓ ਹੈ, ਉੱਥੇ ਦੀਆਂ ਜਿਹੜੇ ਮੋਦੀ ਸਰਕਾਰਾਂ ਨੇ ਉਹਨਾਂ ਵਿਅਕਤੀਆਂ ਦਾ ਘਰਾਓ ਜਿਹੜਾ ਕਿਸਾਨ ਸੰਘਰਸ਼ ਕਰਨਗੇ ਅਤੇ 26 ਦੀ ਘਟਨਾ ਤੋਂ ਹਟ ਕੇ ਇਹ ਜਿਹੜਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਇਸ ਧਰਨੇ ਨੇ ਦੇਸ਼ ਪੱਧਰੀ ਨਹੀਂ ਵਿਸ਼ਵ ਪੱਧਰੀ ਜਿਹੜਾ ਮਕਾਮ ਹਾਸਲ ਕੀਤਾ ਹੈ। ਕਵਰ ਸਿੰਘ ਬੇਦੀ, ਮੌਸਾ ਟੀਵੀ, ਪਟਿਆਲਾ।